ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਂਝੇ ਤੌਰ ਤੇ ਪੰਜਾਬ ਨੂੰ ਕਰੋਨਾ ਮੁਕਤ ਕਰਨ ਦੀ ਵਿੱਢੀ ਮੁਹਿੰਮ ਦੇ ਤਹਿਤ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸੰਗਤਾਂ ਦੇ ਵੈਕਸੀਨ ਲਗਵਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਇਸ ਕੈਂਪ ਦੀ ਆਰੰਭਤਾ ਕੀਤੀ। ਇਸ ਮੌਕੇ ਸਾਬਕਾ ਹਲਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਸਰਦਾਰ ਜੀਤ ਮਹਿੰਦਰ ਸਿੰਘ ਸਿੱਧੂ ਵੀ ਉਹਨਾਂ ਦੇ ਨਾਲ ਸਨ। ਇਸ ਮੌਕੇ ਕੈਂਪ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰ ਵਾਰਤਾ ਦੌਰਾਨ ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੇ ਉਪਰਾਲੇ ਦੇ ਤਹਿਤ ਜਿੱਥੇ ਪੂਰੇ ਪੰਜਾਬ ਅੰਦਰ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਕੋਵਿਡ ਸਹਾਇਤਾ ਕੇਂਦਰ ਖੋਲ੍ਹੇ ਹਨ, ਉੱਥੇ ਇਸੇ ਲੜੀ ਦੇ ਤਹਿਤ ਦਮਦਮਾ ਸਾਹਿਬ ਵਿਖੇ ਵੀ ਉਕਤ ਕੇਂਦਰ ਚੱਲ ਰਿਹਾ ਹੈ, ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ। ਇਸੇ ਲੜੀ ਦੇ ਤਹਿਤ ਹੀ ਅੱਜ ਦਾ ਇਹ ਵੈਕਸੀਨੇਸ਼ਨ ਕੈਂਪ ਵੀ ਸ਼ੁਰੂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਅੱਖੋਂ ਪਰੋਖੇ ਕਰ ਰੱਖਿਆ ਹੈ। ਸਾਡਾ ਤਾਂ ਫਰਜ਼ ਬਣਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਚਾਇਆ ਜਾ ਸਕੇ। ਬੀਬੀ ਜੰਗੀਰ ਕੌਰ ਨੇ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਕੋਵਿਡ ਸਹਾਇਤਾ ਕੇਂਦਰ ਖੋਲ੍ਹ ਕੇ ਦਮਦਮਾ ਸਾਹਿਬ ਦੀਆਂ ਸੰਗਤਾਂ ਵਾਸਤੇ ਅਕਾਲੀ ਦਲ ਨੇ ਵੱਡਾ ਉਪਰਾਲਾ ਕੀਤਾ ਹੈ ਅਤੇ ਹੁਣ ਇਹ ਵੈਕਸੀਨੇਸ਼ਨ ਕੈਂਪ ਲਗਾ ਕੇ ਉਸ ਤੋਂ ਵੱਡਾ ਕਾਰਜ ਆਰੰਭਿਆ ਹੈ, ਉਸ ਤੋਂ ਵੱਡੀ ਦੇਣ ਹੈ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੇ ਫੰਡ ਵਿੱਚੋਂ ਦਮਦਮਾ ਸਾਹਿਬ ਵਿਖੇ ਆਕਸੀਜਨ ਪਲਾਂਟ ਖੋਲ੍ਹਣ ਲਈ ਜਾਰੀ ਕੀਤੀ ਗਈ ਰਾਸ਼ੀ ਦੀ। ਉਹਨਾਂ ਕਿਹਾ ਕਿ ਜਿੱਥੇ ਕੋਵਿਡ ਸਹਾਇਤਾ ਕੇਂਦਰ ਜਾਂ ਅੱਜ ਦੇ ਵੈਕਸੀਨੇਸ਼ਨ ਕੈਂਪ ਰਾਹੀਂ ਸੰਗਤਾਂ ਲਾਭ ਲੈਣਗੀਆਂ, ਉੱਥੇ ਆਕਸੀਜਨ ਪਲਾਂਟ ਲੱਗਣ ਨਾਲ ਹੋਰ ਵੀ ਸੰਗਤਾਂ ਨੂੰ ਲਾਭ ਮਿਲੇਗਾ। ਸੰਸਾਰ ਭਰ ਵਿੱਚ ਜਿਹੜੀ ਕਰੋਨਾ ਮਹਾਮਾਰੀ ਦੀ ਭਿਆਨਕ ਬਿਮਾਰੀ ਨੇ ਬੜਾ ਜ਼ੋਰ ਲਾਇਆ ਔਰ ਅੱਜ ਵੀ ਸਾਰੇ ਲੋਕ ਬੜੀ ਦਹਿਸ਼ਤ ਵਿੱਚ ਹੈ। ਲਗਾਤਾਰ ਸਿੱਖ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹੋਰ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਆਪਣੇ ਯਤਨ ਕਰ ਰਹੀਆਂ ਕਿ ਕਿਸੇ ਢੰਗ ਦੇ ਨਾਲ ਅਸੀਂ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ। ਮਾਨਯੋਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਜਦੋਂ ਇਹ ਸਾਰੀ ਚਿੰਤਾ ਜਿਹੜੀ ਸੀ ਪਾਰਟੀ ਵਿੱਚ ਜ਼ਾਹਿਰ ਕੀਤੀ ਤੇ ਆਪ ਇਹਨਾਂ ਨੇ ਹਦਾਇਤਾਂ ਕੀਤੀਆਂ ਕਿ ਤੁਸੀਂ ਸਾਰੇ ਇਸ ਪਾਸੇ ਵੱਲ ਜੋ ਕਰ ਸਕਦੇ ਹੋ ਕਰੋ। ਬਤੌਰ ਮੁੱਖ ਸੇਵਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਤੋਂ ਪਹਿਲਾਂ ਜਿਹੜਾ ਅਸੀਂ ਗੁਰੂ ਕੇ ਲੰਗਰ ਵੀ ਲਾਉਂਦੇ ਰਹੇ, ਕਰੋਨਾ ਵਾਇਰਸ ਵਾਲਿਆਂ ਨੂੰ ਅਸੀਂ ਜਾ ਕੇ ਘਰ ਘਰ ਵੀ ਪਹੁੰਚਾਉਂਦੇ ਰਹੇ, ਵੈਸੇ ਵੀ ਲੰਗਰ ਗੁਰੂ ਕੇ ਗੁਰਦੁਆਰਾ ਵਿੱਚ ਲਾਏ। ਉਸ ਤੋਂ ਬਾਅਦ ਅਸੀਂ ਵੈਕਸੀਨ ਫ੍ਰੀ ਕੀਤੀ, ਸਭ ਤੋਂ ਪਹਿਲਾਂ ਵੈਕਸੀਨ ਫ੍ਰੀ ਕੀਤੀ ਤੇ ਬਹੁਤ ਸਾਰੇ ਲੋਕਾਂ ਦੇ ਅਸੀਂ ਵੈਕਸੀਨ ਜਿਹੜੀ ਸੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਘਰ ਘਰ ਦੇ ਵਿੱਚ ਲਾਈ, ਕੈਂਪ ਲਾ ਕੇ। ਉਸ ਤੋਂ ਬਾਅਦ ਫਿਰ ਬਹੁਤ ਵੱਡਾ ਜਿਹੜਾ ਸੀ ਜ਼ੋਰ ਪੈ ਗਿਆ ਤੇ ਹੁਣ ਹੱਲ ਕੱਢਣਾ ਸੀ ਵੀ ਆਕਸੀਜਨ ਨਹੀਂ ਮਿਲ ਰਹੀ, ਕਿਸੇ ਹਸਪਤਾਲ 'ਚ ਕੋਈ ਆਕਸੀਜਨ ਨਹੀਂ ਸੀ ਮਿਲਦੀ, ਕਿਤੇ ਕੋਈ ਵੈਂਟੀਲੇਟਰ ਨਹੀਂ ਸੀ ਮਿਲਦਾ, ਕਿਤੇ ਡਾਕਟਰ ਨਹੀਂ ਸੀ ਮਿਲਦਾ। ਬਿਮਾਰੀ ਨੇ ਜ਼ੋਰ ਫੜ ਲਿਆ। ਇਹ ਸਾਰੀਆਂ ਸਲਾਹਾਂ ਤੋਂ ਬਾਅਦ ਜਦੋਂ ਮੈਂ ਡਾਕਟਰ ਸਾਹਿਬਾਨਾਂ ਦੇ ਨਾਲ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਡਾਕਟਰ ਸਾਹਿਬਾਨ, ਵਾਈਸ ਚਾਂਸਲਰ ਯੂਨੀਵਰਸਿਟੀ, ਅਸੀਂ ਡੀਨ ਸਾਹਿਬ, ਅਸੀਂ ਸਲਾਹ ਕੀਤੀ ਕਿ ਇਹਦਾ ਹੱਲ ਕੀ ਹੈ, ਕਿਉਂਕਿ ਸਿਲੰਡਰ ਤੇ ਮਿਲਦੇ ਨਹੀਂ। ਫਿਰ ਇੱਕੋ ਹੱਲ ਲੱਭਾ ਕਿ ਅਸੀਂ ਕੰਸੈਂਟਰੇਟਰ ਲਾ ਕੇ ਅਸੀਂ ਸੰਗਤ ਦੀ ਸੇਵਾ ਕਰ ਸਕੀਏ, ਜਿਹਦੇ ਆਮ ਜਿਹੜੀ ਨੈਚੁਰਲ ਹਵਾ ਉਹਦੇ ਵਿੱਚੋਂ ਆਕਸੀਜਨ ਕ੍ਰੀਏਟ ਕਰਕੇ ਮਰੀਜ਼ ਤੱਕ ਪਹੁੰਚਾਈ ਜਾਂਦੀ ਹੈ। ਸਭ ਤੋਂ ਪਹਿਲਾਂ ਆਲਮਗੀਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ 'ਚ ਅਸੀਂ ਪ੍ਰਬੰਧ ਕੀਤਾ। ਉਸ ਤੋਂ ਬਾਅਦ ਇਸ ਮਹਾਨ ਪਵਿੱਤਰ ਅਸਥਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਆ ਕੇ ਪ੍ਰਬੰਧ ਕੀਤਾ। ਪਰ ਮੈਨੂੰ ਬੜੀ ਰਾਹਤ ਹੈ ਕਿ ਇੱਥੇ ਵੱਡੀ ਗਿਣਤੀ 'ਚ ਸੰਗਤ ਨੇ ਫਾਇਦਾ ਲਿਆ, ਬਹੁਤ ਸਾਰੇ ਮਰੀਜ਼ ਵੀ ਆਏ ਤੇ ਸਭ ਤੋਂ ਵੱਡੀ ਜਿਹੜੀ ਸਕੂਨ ਮਿਲਿਆ ਕਿ ਜਿਹੜਾ ਵੀ ਇੱਥੇ ਆਇਆ ਉਹ ਠੀਕ ਹੋ ਕੇ ਗਿਆ। ਇਹਦਾ ਮਤਲਬ ਕਿ ਜੇ ਬਿਮਾਰੀ ਨੂੰ ਅਸੀਂ ਪਹਿਲਾਂ ਜੜ੍ਹ ਤੋਂ ਫੜ ਲੈਂਦੇ, ਜੇ ਪ੍ਰਾਇਮਰੀ ਮੌਕੇ 'ਤੇ ਹੀ ਫੜ ਲੈਂਦੇ ਤੇ ਇਹ ਬਿਮਾਰੀ ਵੱਧਣੀ ਨਹੀਂ ਸੀ। ਇਹ ਕੰਮ ਸਰਕਾਰ ਨੂੰ ਪਹਿਲਾਂ ਕਰਨਾ ਚਾਹੀਦਾ ਸੀਗਾ ਕਿ ਅਸੀਂ ਪਹਿਲਾਂ ਹੱਲ ਉਹ ਕੱਢੀਏ ਜਦੋਂ ਜੇ ਬਿਮਾਰੀ ਸ਼ੁਰੂ ਹੁੰਦੀ ਹੈ, ਫਸਟ ਲੈਵਲ, ਸੈਕੰਡ ਲੈਵਲ, ਤੇ ਉਸ ਵੇਲੇ ਫਿਰ ਫਸਟ ਏਡ ਦਾ ਕੰਮ ਕਰਦੀ ਹੈ ਕਿ ਹਸਪਤਾਲ ਵਿੱਚ ਬਹੁਤਾ ਨਹੀਂ ਜਾਣਾ ਪੈਂਦਾ। ਸੋ ਉਹ ਅਸੀਂ ਜਿਹੜਾ ਕੀਤਾ ਉਹਦੇ ਨਾਲ ਇੰਨਾ ਫਾਇਦਾ ਹੋਇਆ। ਤੁਸੀਂ ਇਸ ਇਲਾਕੇ 'ਚ ਵੀ ਦੇਖਦੇ ਹੋਵੋਗੇ ਕਿ ਕੋਈ ਜਾਤ ਪਾਤ ਨਹੀਂ ਪੁੱਛੀ ਜਾਂਦੀ, ਕੋਈ ਊਚ ਨੀਚ ਨਹੀਂ ਕੀਤੀ ਜਾਂਦੀ, ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਜਿਹੜਾ ਵੀ ਕੋਈ ਮਰੀਜ਼ ਆਉਂਦਾ ਹੈ ਉਹ ਭਾਈ ਕਨਈਏ ਦੀ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਸੇਵਾ ਕੀਤੀ ਸੀ ਉਸੇ ਤਰ੍ਹਾਂ ਇੱਥੇ ਸੇਵਾ ਕੀਤੀ ਜਾਂਦੀ। ਸੋ ਫ੍ਰੀ ਲੰਗਰ, ਫ੍ਰੀ ਡਾਈਟ, ਫ੍ਰੀ ਸਾਰਾ ਕੁਝ, ਦਵਾਈਆਂ, ਡਾਕਟਰਸ ਮਾਹਿਰ ਲਾ ਕੇ ਅਸੀਂ ਇੱਥੇ ਸੇਵਾ ਆਪਣੀ ਨਿਭਾਈ, ਅੱਜ ਵੀ ਚੱਲ ਰਹੀ ਹੈ। ਉਸ ਤੋਂ ਬਾਅਦ ਫਿਰ
ਮਹਿਸੂਸ ਕੀਤਾ ਗਿਆ ਕਿ ਹੁਣ ਆਪਾਂ ਜਿਹੜੀ ਬਿਮਾਰੀ ਅੱਗੇ ਵੱਧਦੀ ਹੈ ਇਹਨੂੰ ਰੋਕਣ ਲਈ ਕੀ ਕੀਤਾ ਜਾ ਸਕਦਾ ਹੈ। ਪਹਿਲਾਂ ਅਸੀਂ ਵੈਕਸੀਨ ਲਾਉਂਦੇ ਸੀ, ਫਿਰ ਟੀਕੇ ਮੁੱਕ ਗਏ, ਟੀਕੇ ਕਿਤੋਂ ਮਿਲਦੇ ਨਹੀਂ ਸੀ, ਬੜੀ ਮੁਸ਼ਕਲ ਦੇ ਨਾਲ ਅਸੀਂ ਇਹਦਾ ਪ੍ਰਬੰਧ ਕੀਤਾ। ਮੈਂ ਧੰਨਵਾਦ ਕਰਦੀ ਹਾਂ ਮਾਨਯੋਗ ਪ੍ਰਧਾਨ ਸਾਹਿਬ ਜੀ ਦਾ, ਜਿਨ੍ਹਾਂ ਨੇ ਸਾਡੇ ਨਾਲ ਬਹੁਤ ਮਿਹਨਤ ਕੀਤੀ ਔਰ ਆਪ ਇਹ ਸਾਰਾ ਅਰੇਂਜ ਕਰਾ ਕੇ ਸਾਨੂੰ ਦਿੱਤਾ। ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਬਾਏ ਕਰਦੀ ਹੈ, ਲਾਉਂਦੀ ਹੈ, ਪਰ ਕਿਸੇ ਨੂੰ ਸੋਰਸਿਸ ਪੈਦਾ ਕਰਕੇ ਦੇਣੇ, ਕਿਸੇ ਨਾਲ ਮਦਦ ਕਰਨੀ, ਇਹ ਵੀ ਇੱਕ ਬੜੀ ਵੱਡੀ ਅਗਵਾਈ ਹੁੰਦੀ ਹੈ। ਮੈਂ ਇਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਕਿ ਸਾਨੂੰ ਸਮੇਂ-ਸਮੇਂ ਦੇ ਨਾਲ ਅਗਵਾਈ ਦੇ ਕੇ ਤੇ ਨਾਲ ਵੱਡੀ ਸੇਵਾ ਕਰਦੇ, ਕਿ ਜਿੱਥੇ ਕੰਸੈਂਟਰੇਟਰ ਮੰਗਾ ਕੇ ਦਿੱਤੇ, ਇਹ ਦਵਾਈਆਂ ਦੇ ਪ੍ਰਬੰਧ ਕਰਵਾ ਕੇ ਦਿੱਤੇ, ਉਹਦੇ ਨਾਲ ਅਸੀਂ ਆਪਣੀ ਜ਼ਿੰਮੇਵਾਰੀ ਜਿਹੜੀ ਸੀ ਉਹ ਕਾਮਯਾਬੀ ਨਾਲ ਨਿਭਾਈ। ਸੋ ਮੈਂ ਅੱਜ ਵੀ ਜਦੋਂ ਅਸੀਂ ਫਿਰ ਹਰਿਮੰਦਰ ਸਾਹਿਬ ਦੇ ਵਿੱਚ ਪਹਿਲਾਂ ਵਿਹੜੇ ਦੇ ਵਿੱਚ ਬਾਹਰ ਲਾਏ ਇਨਫੋਰਮੇਸ਼ਨ ਆਫਿਸ ਦੇ ਕੋਲ 1000 ਬੰਦੇ ਤੋਂ ਵੱਧ ਨੂੰ ਅਸੀਂ ਵੈਕਸੀਨ ਕਰਕੇ ਉੱਥੇ ਕੈਂਪ ਅਸੀਂ ਫਿਰ ਘਟਾ ਕੇ ਕਿਹਾ ਵੀ ਹੁਣ ਹਸਪਤਾਲ 'ਚ ਲੱਗਣਗੇ। ਫਿਰ ਦਮਦਮਾ ਸਾਹਿਬ ਤਖਤ ਦਿੱਤੇ, ਇਸ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਤਖਤ ਦਿੱਤੇ। ਸੋ ਕਿਉਂਕਿ ਸਲਾਹ ਇਹ ਕੀਤੀ ਗਈ ਕਿ ਵੱਡੇ ਤਖਤਾਂ 'ਤੇ ਪਹਿਲਾਂ ਲਾਓ, ਫਿਰ ਵੱਡੇ ਗੁਰਦੁਆਰਿਆਂ 'ਤੇ ਲਾਓ, ਤਾਂ ਜੋ ਮਾਨਵਤਾ ਦੀ ਸੇਵਾ ਜਿਹੜੀ ਇੱਦਾਂ ਕੀਤੀ ਜਾਏ। ਪਰ ਇਹ ਜਿਹੜੇ ਇੰਜੈਕਸ਼ਨ ਹੈ, ਵੈਕਸੀਨ ਹੈ, ਭਾਵੇਂ ਬਹੁਤ ਮਹਿੰਗੀ ਮਿਲ ਰਹੀ ਹੈ, ਇੱਕ ਡੋਜ਼ 1050 ਰੁਪਏ 'ਚ ਪੈਂਦੀ ਹੈ, ਫਿਰ ਵੀ ਮਾਨਵਤਾ ਦੇ ਭਲੇ ਵਾਸਤੇ ਕਿ ਕਿਤੇ ਇਹ ਨਾ ਹੋਵੇ ਕਿ ਕੋਈ ਪੀੜਤ ਰਹਿ ਜਾਏ ਪਰ ਇੰਜੈਕਸ਼ਨ ਲਵਾਏ ਨਾ। ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਨੂੰ ਲੱਗੇ। ਜੇ ਸਰਕਾਰ ਨਹੀਂ ਲਾਉਂਦੀ, ਸਰਕਾਰ ਲਾਉਂਦੀ ਵੀ ਹੈ ਤੇ ਉਹਨਾਂ ਨੇ ਕੀ ਕੀਤਾ ਕਿ ਲਿਆ ਕੇ ਇੰਜੈਕਸ਼ਨ ਮਹਿੰਗਾ ਵੀ ਲਾਉਂਦੀ ਹੈ, ਤੇ ਫਿਰ ਸਭ ਤੋਂ ਮਾੜੀ ਗੱਲ ਜਿਹੜੀ ਹੈ ਕਿ ਉਹ ਆਪਣੇ ਵਰਕਰਾਂ ਨੂੰ ਦਿੰਦੇ ਆ ਕਿ ਜਾ ਕੇ ਆਪਣੇ ਵਰਕਰਾਂ ਨੂੰ, ਪਾਰਟੀ ਦੇ ਵਰਕਰਾਂ ਨੂੰ ਲਾ ਦਿਓ। ਇਹ ਇੱਕ ਬਹੁਤ ਵੱਡਾ ਵਿਤਕਰਾ ਵੀ ਹੈ ਤੇ ਮਨੁੱਖਤਾ ਦੇ ਨਾਲ ਬੇਇਨਸਾਫੀ ਵੀ ਹੈ। ਹਰ ਕੋਈ ਨੂੰ ਇਹ ਲੋੜ ਹੈ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਕਟਰ ਸਾਹਿਬਾਨਾਂ ਨੇ ਸਾਡੇ ਹਸਪਤਾਲ ਵੱਲੋਂ ਜੋ ਅਸੀਂ ਕੰਮ ਕਰ ਰਹੇ ਹਾਂ, ਅਸੀਂ ਇਹ ਨਹੀਂ ਸੋਚਦੇ ਕਿ ਇੱਥੇ ਕੌਣ ਆਇਆ ਕੌਣ ਨਹੀਂ ਆਇਆ, ਸਭ ਨੂੰ ਇੱਕ ਸਾਰਤਾ ਦੇ ਨਾਲ ਦੇਖ ਕੇ ਅਸੀਂ ਸੇਵਾ 'ਚ ਜੁਟੇ। ਸੋ ਅੱਜ ਵੀ ਜਿਹੜਾ ਇੱਥੇ ਕੈਂਪ ਸ਼ੁਰੂ ਕੀਤਾ ਗਿਆ, ਉਹਦੇ ਵਿੱਚ ਅਸੀਂ ਲਗਾਤਾਰ ਜਿੰਨੇ 'ਚ ਦੇਖਾਂਗੇ, ਇੱਥੇ ਵੱਧ ਤੋਂ ਵੱਧ ਜਦੋਂ ਤੱਕ ਇਲਾਕੇ ਦੀ ਮੰਗ ਹੋਏਗੀ ਉਹ ਅਸੀਂ ਸਾਰੇ ਇੰਜੈਕਸ਼ਨ ਲਾਵਾਂਗੇ। ਇਹ ਜਿਹੜਾ ਜੂਨ ਦਾ ਮਹੀਨਾ ਵੈਸੇ ਬੜਾ ਦਰਦਮਈ ਮਹੀਨਾ, ਇੱਥੇ ਮਾਨਵਤਾ ਦੀ ਸੇਵਾ ਵਾਸਤੇ ਸਾਨੂੰ ਬੜਾ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਉਹ ਮਹੀਨਾ ਵਾ ਜਿੱਥੇ ਸਿੱਖ ਕੌਮ ਨੂੰ ਪੁੱਛਿਆ ਗਿਆ ਸੀਗਾ, ਹਿਰਦਿਆਂ ਨੂੰ ਪੁੱਛਿਆ ਗਿਆ ਸੀਗਾ। ਉਹ ਘੱਲੂਘਾਰਾ ਜਿਹੜਾ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਵਾਪਰਿਆ ਸੀ, ਉਹਨੇ ਸਾਡੇ ਸਾਰਿਆਂ ਦੇ ਹਿਰਦੇ ਪੁੱਛ ਦਿੱਤੇ ਸੀਗੇ। ਬਲੁੰਦਰੇ ਹੀ ਨਹੀਂ, ਅਸੀਂ ਜ਼ਖਮੀ ਇੰਨੇ ਹੋਏ ਕਿ ਸਾਡਾ ਸਾਰਿਆਂ ਦਾ ਅੱਜ 37 ਸਾਲ ਬਾਅਦ ਵੀ ਦਰਦ ਜਿਹੜਾ ਉਹ ਅਜੇ ਤੱਕ ਘੱਟ ਨਹੀਂ ਹੋ ਰਿਹਾ। ਜਦੋਂ ਕੁਝ ਦਿਨ ਪਹਿਲਾਂ ਅਸੀਂ ਪੰਥਕ ਤੌਰ ਦੇ ਉੱਤੇ ਸਲਾਹ ਕੀਤੀ ਤੇ ਉਹ ਜਦੋਂ ਜਾ ਕੇ ਸਾਰਾ ਵੇਖਿਆ ਤੇ ਸਾਰਿਆਂ ਦੇ ਮਨ ਵਿੱਚ ਆਈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਸ ਦੀ ਦੇਹ ਦੇ ਵਿੱਚ ਗੋਲੀ ਲੱਗੀ ਸੀ ਉਹ ਚੀਰ ਕੇ ਨਿਕਲ ਗਈ, 90 ਅੰਕ ਤੱਕ ਪਹੁੰਚ ਗਈ। ਤੇ ਉੱਥੇ ਤੱਕ ਜਦੋਂ ਦੇਖਿਆ ਜ਼ਖਮੀ ਜਾ ਕੇ, ਸਾਰੀ ਸੰਗਤ ਜਿਹੜੀ ਦੇਖਦੀ ਹੈ ਭਾਵੁਕ ਹੁੰਦੀ ਹੈ। ਸੋ ਮੈਂ ਸਮਝਦੀ ਹਾਂ ਕਿ ਉਹ ਭਾਰਤ ਦੀ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਜੋ ਐਡਾ ਵੱਡਾ ਜ਼ੁਲਮ ਕੀਤਾ ਸੀਗਾ, ਅੱਜ 37 ਸਾਲਾਂ ਬਾਅਦ ਫਿਰ ਸੰਗਤ ਨੂੰ ਉਹੀ ਯਾਦ ਆ ਗਿਆ। ਅੱਜ ਜੋ ਦੇਖ ਰਹੇ ਉੱਥੇ ਹਰ ਇੱਕ ਦੇ ਅੱਖਾਂ 'ਚੋਂ ਹੰਝੂ ਨਿਕਲ ਰਹੇ ਆ। ਜਿਹੜਾ ਕੋਈ ਦੇਸ਼ਾਂ ਵਿਦੇਸ਼ਾਂ 'ਚ ਵੀ ਬੈਠਾ ਦੇਖ ਰਿਹਾ, ਉਹ ਇਹ ਮਹਿਸੂਸ ਕਰ ਰਿਹਾ ਕਿ ਅਸੀਂ ਚੱਲ ਲਿਆ ਸੀ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਦਾ, ਨਾਦਰ ਸ਼ਾਹ ਵਰਗਿਆਂ ਦਾ, ਜ਼ਕਰੀ ਖਾਂ ਵਰਗਿਆਂ ਦਾ। ਉਹ ਵਿਦੇਸ਼ੀ ਸੀਗੇ, ਉਹਨਾਂ ਦੇ ਹਮਲੇ ਚੱਲੇ ਕਿ ਉਹ ਵਿਦੇਸ਼ੀ ਨੇ, ਪਰ ਜਦੋਂ ਆਪਣੇ ਨੇ ਚੁੜ ਕੇ ਆਪਣੀਆਂ ਸਰਕਾਰਾਂ ਬਣਾਈਆਂ ਹੋਣ, ਜਦੋਂ ਉਹ ਇੰਨੇ ਜ਼ਖਮ ਦੇਣ ਕਿ ਨਾ ਤਾਂ ਸਾਡੇ ਉਸ ਮਹਾਨ ਤਖਤ ਨੂੰ ਬਖਸ਼ਿਆ, ਢਹਿ ਕਰ ਦਿੱਤਾ ਉਸ ਵੇਲੇ ਦੀ ਕਾਂਗਰਸ ਜ਼ਾਲਮ ਸਰਕਾਰ ਨੇ, ਤੇ ਨਾ ਹੀ ਸਾਡੇ ਉਸ ਹਰਿਮੰਦਰ ਸਾਹਿਬ ਨੂੰ ਬਖਸ਼ਿਆ ਜਿਹੜਾ ਕਿ ਸਾਡਾ ਸਾਰਿਆਂ ਵਾਸਤੇ ਸੱਭੇ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਾ, ਜਿੱਥੇ 24 ਘੰਟੇ ਬਾਣੀ ਚੱਲਦੀ ਹੈ। ਉਸ ਬਾਣੀ ਤੋਂ ਅਸੀਂ ਸ਼ਕਤੀ ਲੈਂਦੇ ਹਾਂ ਤੇ ਇਸ ਇਨਸਾਨ ਨੂੰ ਐਸੀ ਸ਼ਕਤੀ ਮਿਲਦੀ ਹੈ ਕਿ ਮੋਹੇ ਮਰਨੇ ਦਾ ਚਾਓ ਹੈ, ਮਰਨ ਤੋਂ ਹਰ ਕੇ ਦੁਆਰ ਦੀ ਅਵਸਥਾ ਬਣ ਜਾਂਦੀ ਹੈ। ਉਹ ਬੇਡਰ ਹੋ ਜਾਂਦਾ, ਉਹ ਕਿਸੇ ਤੋਂ ਡਰਦਾ ਨਹੀਂ, ਉਹਦੀ ਐਡੀ ਤਾਕਤ ਬਣ ਜਾਂਦੀ ਹੈ। ਔਰ ਸਮੇਂ ਦੀਆਂ ਸਰਕਾਰਾਂ ਨੇ ਇਹੀ ਸੋਚਿਆ ਕਿ ਉਹੀ ਤਾਕਤ, ਉਹੀ ਸੋਮੇ ਖਤਮ ਕਰੋ ਜਿਹੜੇ ਸੋਮਿਆਂ ਵਿੱਚੋਂ ਇਹ ਸ਼ਕਤੀ ਲੈਂਦਾ ਸਿੱਖ। ਉਹ ਸੋਮੇ ਕਿਹੜੇ? ਸ੍ਰੀ ਹਰਿਮੰਦਰ ਸਾਹਿਬ 'ਚ ਚੱਲ ਰਹੀ 24 ਘੰਟੇ ਬਾਣੀ। ਉਹ ਸੋਮਾ ਕਿਹੜਾ? ਜਿਹੜਾ ਸਰੋਵਰ ਜਿੱਥੋਂ ਅਸੀਂ ਪਵਿੱਤਰ ਜਲ ਲੈ ਕੇ ਆਪਣੀ ਤਨ ਤੇ ਮਨ ਦੀ ਅਰੋਗਤਾ ਕਰਦੇ। ਸੋ ਉਹ ਸੋਮੇ ਖਤਮ ਕਰਨ ਵਾਸਤੇ ਜਦੋਂ ਵਿਦੇਸ਼ੀ ਹਮਲਿਆਂ ਨੇ ਵੀ ਜ਼ੋਰ ਲਾਏ, ਨਹੀਂ ਚਾਰੇ ਚੱਲੇ, ਤੇ ਫਿਰ ਆ ਕੇ ਸਾਡੀ ਭਾਰਤ ਸਰਕਾਰ, ਜਿਸ ਵੇਲੇ ਕਾਂਗਰਸ ਸਰਕਾਰ ਇੰਦਰਾ ਗਾਂਧੀ ਦੀ ਅਗਵਾਈ ਵਿੱਚ ਜਿਹਨੇ ਬਹੁਤ ਵੱਡਾ ਜ਼ੁਲਮ ਕੀਤਾ ਸੀ, ਅੱਜ ਉਹ ਸਾਰੇ ਪੱਛ ਜਿਹੜੇ ਸੀ ਫਿਰ ਸਾਡਾ ਜ਼ੁਲਮ, ਸਾਡੇ ਉਹ ਜ਼ਖਮ ਜਿਹੜੇ ਸਨ ਫਿਰ ਅੱਲੇ ਯਾਦ ਆ ਜਾਂਦੇ ਇਸ ਦਿਨ ਦੇ ਵਿੱਚ। ਅੱਜ ਮੈਂ ਹੁਣੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਪਾਠ ਆਰੰਭ ਕਰਾ ਕੇ ਆਈ ਹਾਂ। 6 ਜੂਨ ਨੂੰ ਉਹਨਾਂ ਸਿੰਘਾਂ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਹੈ, ਜਿਹੜੇ ਮਹਾਨ ਸ਼ਹੀਦ ਉੱਥੇ ਹੋਏ ਹੈ, ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਹੈ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੀ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਬਿਰਾਜਮਾਨ ਕਰਕੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਬਿਰਾਜਮਾਨ ਕਰਕੇ ਦਰਸ਼ਨ ਕਰਾਏ ਜਾ ਰਹੇ ਹੈ,
ਸਾਰੀ ਸੰਗਤ ਨੂੰ ਮੇਰੀ ਬੇਨਤੀ ਹੈ ਕਿ ਆਓ ਸ਼ਰਧਾ ਸਤਿਕਾਰ ਭੇਟ ਕਰਨ ਵਾਸਤੇ ਉੱਥੇ ਆ ਕੇ ਦਰਸ਼ਨ ਵੀ ਕਰੋ, ਨਾਲੇ ਦੇਖੋ ਕਿ ਤੁਹਾਡੇ ਉਸ ਗੁਰੂ ਦੇ ਹਿਰਦੇ ਨੂੰ ਕਿਸ ਤਰ੍ਹਾਂ ਇਹਨਾਂ ਨੇ ਜ਼ਖਮੀ ਕੀਤਾ ਸੀਗਾ, ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਦੇਹ ਦੇ ਵਿੱਚ ਗੋਲੀਆਂ ਮਾਰੀਆਂ ਸੀਗੀਆਂ। ਜਦੋਂ ਅਸੀਂ ਇਹ ਕਹਿ ਲਈਏ ਕਿ ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਸਭ ਸਿੱਖਾਂ ਨੂੰ ਕੋਈ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਜਦੋਂ ਗੁਰੂ ਦੇਹ ਦੇ ਵਿੱਚ ਗੋਲੀ ਵੱਜੀ ਹੋਵੇ ਤੇ ਉਹ ਜ਼ਖਮ ਤੁਸੀਂ ਇਹ ਦੇਖੋ ਵੀ ਕਿਸ ਤਰ੍ਹਾਂ ਦੀ ਪੀੜਾ ਦਿੰਦਾ ਹੈ। ਸੋ ਅੱਜ ਬਹੁਤ ਸਾਰੀ ਸੰਗਤ ਉੱਥੇ ਦਰਸ਼ਨ ਕਰ ਰਹੀ ਹੈ, ਲਗਾਤਾਰ ਚੱਲਣਗੇ ਦਰਸ਼ਨ। ਮੇਰਾ ਖਿਆਲ ਹੈ ਕਿ ਜਿਹੜਾ ਵੀ ਦਰਸ਼ਨ ਕਰਦਾ ਉੱਥੇ ਜਾ ਕੇ ਅੱਖਾਂ 'ਚ ਹੰਝੂ ਬਹਾ ਕੇ ਆਉਂਦਾ ਹੈ ਕਿ ਐਡਾ ਜ਼ੁਲਮ ਕਈਆਂ ਨੂੰ ਕਈ ਪੁੱਛਦੇ ਸਨ। ਅਸੀਂ ਵੀ ਇਸ ਕਰਕੇ ਕੀਤਾ ਕਿ ਕਈ ਟੈਲੀਫੋਨ ਆਏ, ਕਈਆਂ ਨੇ ਪੁੱਛਿਆ ਕਿ ਸਾਨੂੰ ਤਾਂ ਪਤਾ ਹੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੀ ਦੇਹ ਵਿੱਚ ਗੋਲੀਆਂ ਵੱਜੀਆਂ ਸੀ, ਉਹ ਸਾਨੂੰ ਦਰਸ਼ਨ ਤੇ ਕਰਾਓ। ਉਹ ਦਰਸ਼ਨ ਕਰਾਉਣ ਵਾਸਤੇ ਰੱਖੇ ਹੋਏ ਆ। ਮੇਰੀ ਜਿੱਥੇ ਬੇਨਤੀ ਹੈ ਕਿ ਦਰਸ਼ਨ ਕਰੋ। ਉੱਥੇ 6 ਜੂਨ ਵਾਲੇ ਦਿਨ ਸਾਰੀ ਸੰਗਤ ਨੂੰ ਮੇਰੀ ਬੇਨਤੀ ਹੈ ਕਿ ਜਿਨ੍ਹਾਂ ਨੇ ਵੀ ਉੱਥੇ ਜਾ ਕੇ ਅਰਦਾਸ ਵਿੱਚ ਸ਼ਾਮਲ ਹੋਣਾ, ਸ਼ਾਂਤਮਈ ਢੰਗ ਦੇ ਨਾਲ ਕੋਈ ਐਸਾ ਕਰਮ ਨਾ ਕਰੀਏ, ਕੋਈ ਐਸੀ ਕਾਰਵਾਈ ਨਾ ਕਰੀਏ ਜਿਹੜੀ ਕੌਮ ਜਿਹੜੀ ਹੈ ਉਹ ਪੀੜਤ ਹੋਵੇ, ਕੌਮ ਨੂੰ ਇਹ ਸ਼ਰਮ ਆਵੇ, ਇਹ ਮਹਿਸੂਸ ਕਰੇ ਕਿ ਸਾਡੇ ਜਿਹੜੇ ਸਿੱਖ ਜਾ ਕੇ ਜੇ ਉੱਥੇ ਗਲਤ ਕੰਮ ਕਰਦੇ ਹੈ ਜਿਹਦੇ ਨਾਲ ਲੋਕਾਂ ਦੇ ਵਿੱਚ ਬਹੁਤ ਵੱਡਾ ਸਾਡਾ ਅਕਸ ਜਿਹੜਾ ਹੈ ਉਹ ਖਰਾਬ ਹੁੰਦਾ ਹੈ। ਨਿਮਰਤਾ ਦੇ ਨਾਲ ਸ਼ਾਂਤੀ ਨਾਲ ਉੱਥੇ ਜਾ ਕੇ ਨਤਮਸਤਕ ਹੋਣ ਤੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਰਫੋਂ ਜਿਹੜੀ ਵੈਕਸੀਨ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ, ਜੋ ਮਹਾਮਾਰੀ ਦਾ ਸਾਹਮਣਾ ਆਪਣਾ ਦੇਸ਼ ਕਰ ਰਿਹਾ, ਦੁਨੀਆ ਕਰ ਰਿਹਾ, ਇਹਦਾ ਇੱਕੋ ਇੱਕ ਇਲਾਜ ਹੈ ਵੈਕਸੀਨ ਲਵਾਉਣਾ। ਪਰ ਅਫਸੋਸ ਇਸ ਗੱਲ ਦਾ ਆ ਜਿਹੜੀ ਜ਼ਿੰਮੇਵਾਰੀ ਜਿਹੜੇ ਸੂਬੇ ਦੀ ਸਰਕਾਰ ਦੀ ਸੀ, ਸੂਬੇ ਦੀ ਸਰਕਾਰ ਨੇ ਆ ਜ਼ਿੰਮੇਵਾਰੀ ਸੰਭਾਲਣ ਦੀ ਬਜਾਏ ਜੋ ਕਾਰਨਾਮੇ ਕੀਤੇ ਹੈ, ਜੋ ਮੈਂ ਕੱਲ ਮੀਡੀਆ ਰਾਹੀਂ ਦੱਸੇ, ਇਹ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ। ਬੜੇ ਅਫਸੋਸ ਨਾਲ ਫਿਰ ਤੋਂ ਮੈਂ ਦੁਹਰਾਉਣਾ ਚਾਹੁੰਦਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੂਬੇ ਦੀ ਸਰਕਾਰ ਵੈਕਸੀਨ ਲੋਕਾਂ ਦੇ ਘਰ ਘਰ ਜਾ ਕੇ ਲਵਾਉਣ ਦੇ ਬਜਾਏ ਇਸ ਵੈਕਸੀਨ ਤੋਂ ਪੈਸਾ ਕਮਾਉਣ ਤੇ ਲੱਗੀ ਹੈ। ਇੱਕ ਬਹੁਤ ਵੱਡਾ ਸਕੈਂਡਲ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਜਦੋਂ ਮੈਂ ਪਤਾ ਕੀਤਾ, ਜਦੋਂ ਮੈਂ ਸਾਰਾ ਰਿਕਾਰਡ ਕੱਢਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 400 ਰੁਪਏ ਤੇ ਵੈਕਸੀਨ ਲੈਂਦੀ ਹੈ ਤੇ ਪ੍ਰਾਈਵੇਟ ਹਸਪਤਾਲਾਂ ਨੂੰ 1060 ਤੇ ਵੇਚ ਰਹੀ ਹੈ। ਤੇ ਪ੍ਰਾਈਵੇਟ ਹਸਪਤਾਲ ਨੂੰ ਅੱਗੇ ਕਿਹਾ ਤੁਸੀਂ ਜਿੰਨਾ ਮਰਜ਼ੀ ਰੇਟ ਲਾਉਣਾ ਹੈ ਤੁਸੀਂ ਮਰਜ਼ੀ ਰੇਟ ਲਾ ਲਓ, ਤੇ ਪ੍ਰਾਈਵੇਟ ਹਸਪਤਾਲ ਉਹੀ ਵੈਕਸੀਨ ਨੂੰ ਕੋਈ 1500 ਚਾਰਜ ਕਰ ਰਿਹਾ, ਕੋਈ 1700 ਕਰ ਰਿਹਾ। ਮੈਂ ਟੈਲੀਫੋਨ ਕੀਤਾ ਇੱਕ ਹਸਪਤਾਲ 'ਚ 2100 ਰੁਪਇਆ ਮੰਗਿਆ ਉਹਨਾਂ ਨੇ ਵੈਕਸੀਨ ਲਾਉਣ ਦਾ, ਕਿਉਂਕਿ ਪ੍ਰਾਈਵੇਟ ਹਸਪਤਾਲ ਸਿੱਧੇ ਵੈਕਸੀਨ ਲੈ ਨਹੀਂ ਸਕਦੇ ਤੇ ਸਾਰੀ ਵੈਕਸੀਨ ਪੰਜਾਬ ਸਰਕਾਰ ਉਹਨਾਂ ਨੂੰ ਦੇ ਰਹੀ ਹੈ ਪੈਸੇ ਕਮਾਉਣ ਵਾਸਤੇ। ਤੇ ਮੈਂ ਕਹਿੰਦਾ ਬਹੁਤ ਵੱਡਾ ਕਰੋੜਾਂ ਰੁਪਏ ਦਾ ਘਪਲਾ ਇਹਨਾਂ ਦੇ ਮੰਤਰੀ ਤੇ ਕੈਪਟਨ ਸਰਕਾਰ ਕਰੀ ਹੈ, ਕਰੋੜਾਂ ਰੁਪਏ ਦੇ ਲੋਕਾਂ ਦੀ ਜਾਨਾਂ ਤੇ। ਆਹ ਦੇਖੋ ਚੀਫ ਸੈਕਟਰੀ ਪੰਜਾਬ ਵਿਨੀ ਮਹਾਜਨ, ਚੀਫ ਸੈਕਟਰੀ ਪੰਜਾਬ ਦਾ ਟਵੀਟ ਕੀ ਹੈ, ਕੀ ਮੈਸੇਜ ਆਇਆ ਕਿ ਜੇ ਤੁਸੀਂ ਸਾਰੇ ਪੰਜਾਬੀਆਂ ਨੂੰ ਚੀਫ ਸੈਕਟਰੀ ਪੰਜਾਬ ਕਹਿ ਰਹੀ ਹੈ ਕਿ ਤੁਸੀਂ ਜਾ ਕੇ ਪ੍ਰਾਈਵੇਟ ਹਸਪਤਾਲਾਂ ਤੇ ਜਾ ਕੇ ਵੈਕਸੀਨ ਲਵਾਓ, ਤੁਸੀਂ 1500 2000 ਤੇ ਤੁਸੀਂ ਵੈਕਸੀਨ ਲਵਾਓ। ਇੱਕ ਚੀਫ ਸੈਕਟਰੀ ਦਾ ਕੰਮ ਹੈ ਕਿਹੜਾ ਕਿ ਪ੍ਰਾਈਵੇਟ ਸੈਕਟਰ ਜਾਓ। ਜਿਹੜੀ ਜ਼ਿੰਮੇਵਾਰੀ ਪੰਜਾਬ ਦੀ ਸਰਕਾਰ ਦੀ ਸੀ, ਮੁੱਖ ਮੰਤਰੀ ਨੇ ਚੀਫ ਸੈਕਟਰੀ ਨੂੰ ਕਹਿਣਾ ਚਾਹੀਦਾ ਸੀ ਕਿ ਸਾਡੇ ਇਸ ਸਰਕਾਰੀ ਹਸਪਤਾਲ ਵਿੱਚ, ਇਸ ਸੰਸਥਾ ਵਿੱਚ ਅਸੀਂ ਤੁਹਾਡੇ ਮੁਫਤ ਲਾ ਰਹੇ ਹਾਂ। ਸਾਰੇ ਹਿੰਦੁਸਤਾਨ ਦੀਆਂ ਸੂਬੇ ਦੀਆਂ ਸਰਕਾਰਾਂ ਨੇ ਆ ਜਿਹੜਾ ਇੰਜੈਕਸ਼ਨ ਹੈ ਮੁਫਤ ਕਰ ਦਿੱਤਾ ਹੈ, ਤੇ ਪੰਜਾਬ ਦੀ ਸਰਕਾਰ ਆਪ ਨਹੀਂ ਲਾ ਰਹੀ। ਆਪ ਤਾਂ ਤੁਸੀਂ ਜਾਓ ਸਰਕਾਰੀ ਹਸਪਤਾਲ 'ਚ ਕਹਿਣਗੇ ਹੈ ਨਹੀਂ ਵੈਕਸੀਨ, ਜਿੰਨੇ ਵੈਕਸੀਨ ਹੈ ਸਾਰੇ ਹੀ ਉਹਨਾਂ ਨੇ ਪ੍ਰਾਈਵੇਟ ਨੂੰ ਭੇਜ ਦਿੱਤੇ ਹੈ, ਸੋ ਦੈਟ ਪ੍ਰਾਈਵੇਟ ਇੱਕ ਵੈਕਸੀਨ ਦੇ ਮਗਰ 700 ਰੁਪਇਆ ਤੋਂ ਲੈ ਕੇ 1000 ਰੁਪਇਆ ਕਮਾ ਰਹੇ ਹੈ। ਤੇ ਵੱਡੀ ਮਾੜੀ ਗੱਲ ਹੈ, ਹੁਣੀ 1 ਲੱਖ ਵੈਕਸੀਨ ਆਇਆ ਸੀ, ਤਕਰੀਬਨ 80000 ਪਤਾ ਲੱਗਿਆ 80000 ਵੈਕਸੀਨ ਪ੍ਰਾਈਵੇਟ ਨੂੰ ਇੱਕਦਮ ਭੇਜ ਦਿੱਤਾ। ਇੱਕੋ ਦਿਨ ਮੋਹਾਲੀ ਵਿੱਚ 35000 ਵੈਕਸੀਨ ਇਕੱਲੇ ਇੱਕ ਜ਼ਿਲ੍ਹੇ 'ਚ ਪ੍ਰਾਈਵੇਟ ਨੂੰ ਦਿੱਤਾ ਉਹਨਾਂ ਨੇ, ਤੇ ਤੁਸੀਂ ਮੋਹਾਲੀ 'ਚ ਕਿਸੇ ਸਰਕਾਰੀ ਹਸਪਤਾਲ 'ਚ ਕੋਈ ਵੈਕਸੀਨ ਹੈ ਨਹੀਂ। ਐਡਾ ਵੱਡਾ ਕਪਲਾ, ਮਾਨਵਤਾ ਦੀ ਜਾਨ ਤੇ ਉੱਤੇ ਕਪਲਾ, ਮੈਨੂੰ ਸ਼ਰਮ ਆਉਣੀ ਚਾਹੀਦੀ ਹੈ। ਸਾਰੇ ਲੋਕ, ਹਿੰਦੁਸਤਾਨ ਦੇ ਲੋਕ ਸਾਰੇ ਮੰਨਦੇ ਆ ਕਿ ਸਿੱਖ ਕੌਮ ਕਿੰਨੀ ਸੇਵਾ ਕਰਦੀ ਹੈ। ਸਿੱਖ ਕੌਮ ਨੇ ਹਰ ਜਗ੍ਹਾ ਤੇ ਅੱਗੇ ਆ ਕੇ ਸੇਵਾ ਕੀਤੀ। ਜੇ ਆਕਸੀਜਨ ਦੀ ਕਮੀ ਰਹੀ
ਆਕਸੀਜਨ ਲੰਗਰ ਸ਼ੁਰੂ ਕੀਤੇ, ਜੇ ਖਾਣੇ ਦੀ ਲੋੜ ਪਈ ਦੂਜਾ ਸੇਵਾ ਲੰਗਰ ਦਾ ਸੇਵਾ ਸ਼ੁਰੂ ਕੀਤਾ, ਦਵਾਈਆਂ ਦੀ ਸੇਵਾ ਸ਼ੁਰੂ ਕੀਤੀ। ਇੱਥੇ ਪੰਜਾਬ ਦਾ ਹੀ ਮੁੱਖ ਮੰਤਰੀ ਸੇਵਾ ਕਰਨ ਦੀ ਬਜਾਏ ਪੈਸੇ ਕਮਾਉਣ ਤੇ ਲੱਗਿਆ, ਲੁੱਟਣ ਤੇ ਲੱਗਿਆ। ਮੈਨੂੰ ਲੱਗਦਾ, ਮੈਨੂੰ ਸ਼ਰਮ ਆ ਕੇ ਕਹਿਣਾ ਪੈਂਦਾ, ਦੁੱਖ ਲੱਗਦਾ ਮੈਨੂੰ ਕਿ ਸਾਡਾ ਸੂਬੇ ਦਾ ਮੁੱਖ ਮੰਤਰੀ ਉਹ ਹੈ ਜੇ ਲੋਕਾਂ ਦੀ ਜਾਨਾਂ ਤੇ ਖੇਡ ਰਿਹਾ, ਜਿਹੜਾ ਲੋਕਾਂ ਦੀ ਜਾਨਾਂ ਤੇ ਪੈਸੇ ਕਮਾਉਣ ਤੇ ਲੱਗਿਆ। ਮੈਂ ਵਧਾਈ ਦੇਣਾ ਚਾਹੁੰਦਾ ਆਪਣੀ ਐਸਜੀਪੀਸੀ ਨੂੰ ਜਿਹੜੀ ਸੇਵਾ ਤੇ ਲੱਗੀ ਹੈ। 10 ਕੋਵਿਡ ਸੈਂਟਰ ਐਸਜੀਪੀਸੀ ਨੇ ਖੋਲ੍ਹੇ ਹੈ। ਤਕਰੀਬਨ 1000 ਤੋਂ ਵੱਧ ਮਰੀਜ਼ਾਂ ਨੂੰ ਐਸਜੀਪੀਸੀ ਨੇ ਇਲਾਜ ਕਰਾ ਕੇ ਘਰੇ ਭੇਜ ਦਿੱਤਾ ਹੈ। ਫਿਰ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ, ਜਿਨ੍ਹਾਂ ਨੇ ਤੇ ਹਲਕਿਆਂ ਦਾ ਇੰਚਾਰਜ ਕਰਨਾ, ਜਿਨ੍ਹਾਂ ਨੇ ਆਪਣੇ ਆਪ ਹੀ ਜਿਹੜੀ ਆਕਸੀਜਨ ਕੌਨਸਨਟ੍ਰੇਟਰ ਲੈ ਕੇ ਘਰ ਘਰ ਸੇਵਾ ਸ਼ੁਰੂ ਕਰ ਦਿੱਤੀ ਹੈ, ਆਕਸੀਜਨ ਦੀ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਇੱਥੇ ਕਾਂਗਰਸ ਦੀ ਇਹਨਾਂ ਦੇ ਮੰਤਰੀ ਤੇ ਇਹਨਾਂ ਦੇ ਮੰਤਰੀ ਕੁਰਸੀ ਬਚਾਉਣ ਤੇ ਲੱਗੇ ਹੈ। ਆਹ ਸਮਾਂ ਇਹੋ ਜਿਹਾ ਸਮਾਂ ਹੈ, ਇਹ ਜੀ ਭਿਆਨਕ ਬਿਮਾਰੀ ਮੈਂ ਅੱਜ ਤੱਕ ਆਪਣੇ ਜੀਵਨ 'ਚ ਦੇਖੀ, ਜਿੱਥੇ ਤਕਰੀਬਨ 3.5 ਲੱਖ ਸਰਕਾਰੀ ਅੰਕੜੇ ਹੈ, 3.5 ਲੱਖ ਦੇ ਜਿੱਥੇ ਇਹ ਦੇਸ਼ 'ਚ ਲੋਕੀ ਮਰ ਗਏ ਹੈ। ਅਸਲੀ ਤਾਂ ਮਿਲਦਾ ਤਾਂ ਪਤਾ ਨਹੀਂ 10 ਗੁਣਾ 20 ਗੁਣਾ 30 ਗੁਣਾ ਹੋਣੇ ਆ। ਪੰਜਾਬ 'ਚ 14,000 ਦੀ ਮੌਤਾਂ ਚਲੀ ਗਈਆਂ। ਐਂਡ ਪੰਜਾਬ ਇਕੱਲਾ ਸੂਬਾ ਹੈ, ਅੱਜ ਮੈਂ ਦੇਖ ਰਿਹਾ ਸੀ ਇੱਕ ਟੀਵੀ ਚੈਨਲ ਤੇ ਰਿਕਾਰਡ ਆਇਆ ਸੀ ਸਾਰਾ, ਸਭ ਤੋਂ ਜ਼ਿਆਦੀਆਂ ਮੌਤਾਂ ਜੇ ਕਿਸੇ ਸੂਬੇ 'ਚ ਪਰਸੈਂਟੇਜ ਵਾਈਜ਼ ਹੋਈਆਂ ਪੰਜਾਬ 'ਚ ਹੋਈਆਂ। ਕਿਉਂ? ਇੱਥੇ ਪੰਜਾਬ ਦੀ ਸਰਕਾਰ ਗੁਨੇਗਾਰ ਹੈ। ਅਸੀਂ ਰੌਲਾ ਪਾ ਰਹੇ ਸੀ ਪਿਛਲੇ 20 ਦਿਨਾਂ ਦੇ, ਹਸਪਤਾਲ 25,000 5-5 6-6 ਲੱਖ ਰੁਪਏ ਇੱਕ ਮਰੀਜ਼ ਤੋਂ ਲੈ ਰਹੇ ਹੈ, ਕੈਪਟਨ ਨੇ ਕੁਛ ਨਹੀਂ ਕੀਤਾ। ਅਸੀਂ ਰੌਲਾ ਪਾਉਂਦੇ ਰਹੇ ਕਿ ਜਿਹੜਾ ਇੰਜੈਕਸ਼ਨ ਹੈ ਕੋਵਿਡ ਦੇ ਮਰੀਜ਼ਾਂ ਨੂੰ ਬਚਾਉਣ ਵਾਸਤੇ, ਜਿਹੜਾ ਮਸਾ 500 ਰੁਪਏ ਦਾ 60 ਹਜ਼ਾਰ ਦੀ ਬਲੈਕ ਚੱਲ ਰਹੀ ਸੀ, ਕੈਪਟਨ ਨੇ ਕੁਛ ਨਹੀਂ ਕੀਤਾ। ਅਸੀਂ ਐਂਬੂਲੈਂਸ ਜਿਹੜੇ ਘਰੋਂ ਲੈ ਕੇ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਵਾਸਤੇ ਜਿਹੜੀ ਸੇਵਾ ਹੋਣੀ ਚਾਹੀਦੀ ਸੀ, 25 ਹਜ਼ਾਰ 30 ਹਜ਼ਾਰ ਰੁਪਏ ਐਂਬੂਲੈਂਸ ਦੀ, ਇਹਨਾਂ ਨੇ ਕੁਛ ਨਹੀਂ ਕੀਤਾ। ਆ ਜਿੰਨੀਆਂ ਦਵਾਈਆਂ ਜਿਹੜੀਆਂ 20 ਹਜ਼ਾਰ 30 ਹਜ਼ਾਰ ਦੀਆਂ ਲੁੱਟ ਮਚਾ ਰਹੇ ਸੀ ਜਿਹੜੇ ਲੋਕ, ਕੈਪਟਨ ਨੇ ਕੁਛ ਨਹੀਂ ਕੀਤਾ। ਤੇ ਹੁਣ ਵੈਕਸੀਨ ਵੀ ਪ੍ਰਾਈਵੇਟ ਨੂੰ ਲੁੱਟਣ ਵਾਸਤੇ ਦੇ ਦਿੱਤੇ। ਵੈਂਟੀਲੇਟਰ ਜਿਹੜੇ ਸਰਕਾਰ ਦੇ ਲਾਉਣੇ ਸੀ, ਤੁਸੀਂ ਹੈਰਾਨ ਰਹਿ ਜਾਓ, ਮੈਂ ਆਪਣੇ ਐਮਪੀ ਫੰਡ 'ਚੋਂ ਮੈਂ ਫਿਰੋਜ਼ਪੁਰ ਵੈਂਟੀਲੇਟਰ ਦਿੱਤਾ ਸਰਕਾਰੀ ਹਸਪਤਾਲ ਨੂੰ, ਤੇ ਮੈਂ ਪਤਾ ਕਰਾਇਆ ਕਿੱਥੇ ਆ, ਕਹਿੰਦਾ ਪ੍ਰਾਈਵੇਟ ਨੂੰ ਦੇਤਾ ਉਹਨਾਂ ਨੇ। ਤੇ ਪ੍ਰਾਈਵੇਟ ਇੱਕ ਵੈਂਟੀਲੇਟਰ ਦੇ ਮਗਰ 25-30 ਹਜ਼ਾਰ ਰੁਪਏ ਇੱਕ ਦਿਨ ਦਾ ਲੈ ਰਿਹਾ। ਐਡੀ ਮਾੜੀ ਸਰਕਾਰ। ਦੁੱਖ ਲੱਗਦਾ ਹੈ ਜਦੋਂ ਆਹ ਚੀਜ਼ਾਂ ਸਾਹਮਣੇ ਆਉਂਦੀਆਂ, ਸ਼ਰਮ ਆਉਂਦੀ ਹੈ ਕਿ ਸਾਡਾ ਮੁੱਖ ਮੰਤਰੀ, ਸਾਡੀ ਸਰਕਾਰ ਹੈ। ਲੋਕੀ ਸਾਰੇ ਦੇਸ਼ ਦੇ ਸਿੱਖ ਕੌਮ ਤਰਫ ਵਾਹ ਕਰ ਰਹੇ, ਤੇ ਇੱਥੇ ਹੀ ਪੰਜਾਬ ਦਾ ਮੁੱਖ ਮੰਤਰੀ ਇਹੋ ਜਿਹਾ ਕੰਮ ਕਰ ਰਿਹਾ। ਸੁਖਬੀਰ ਜੀ, ਜੇ ਸਰਕਾਰ